ਗੁਰਮਤਿ ਹਰ ਰਸ ਮੀਠਾ ਲਾਗਾ, ਤਿਨ ਬਿਸਰੇ ਸਭ ਬਿਖ ਰਸਹੁ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵਹੁ ਸੰਤ ਜਨੋ। ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜਹੁ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵਹੁ ਸੰਤ ਜਨਹੁ। ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਖਲ ਜੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰਾਂ ਦੀ ਰੱਬੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਰਾਗ ਬਿਲਾਵਲ ਚੋਂ ਅੱਜ ਦੇ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਰਾਗ ਬਿਲਾਵਲ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 799 ਅੰਗ ਤੇ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ, ਹੇ ਸੰਤ ਜਨੋ ਆਓ। ਸਤਿਪੁਰਸ਼ਾਂ ਨੂੰ ਰੱਬ ਦੇ ਪਿਆਰਿਆਂ ਨੂੰ ਸੰਬੋਧਨ ਕੀਤਾ। ਸੰਤ ਜਿਸ ਦੇ ਅੰਦਰ ਸਤੋ ਗੁਣ ਦੀ ਅੰਸ਼ ਵਧੇਕ ਹੋਵੇ ਉਹ ਸੰਤ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਜਿਸ ਦੇ ਅੰਦਰ ਸਤ ਦਾ ਸਾਖਸ਼ਾਤਕਾਰ ਹੋ ਗਿਆ ਉਹ ਸੰਤ ਹੈ। ਜਿਹਦੇ ਅੰਦਰ ਸਤ ਦਾ ਸਾਖਸ਼ਾਤਕਾਰ ਹੋ ਗਿਆ, ਜਿਸ ਨੇ ਜਾਣ ਲਿਆ ਸਤ ਕੀ ਹੈ। ਜਿਹੜਾ ਸਤ ਨੂੰ ਜਾਣ ਲਵੇ ਔਰ ਉਸ ਸਤ ਨੂੰ ਜਾਣ ਕੇ ਉਹਦੇ ਵਿੱਚ ਅਭੇਦ ਹੋ ਜਾਵੇ ਉਹਨੂੰ ਕਹਿੰਦੇ ਨੇ ਸੰਤ। ਐਸੇ ਰੱਬ ਦੇ ਪਿਆਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਸੰਤ ਜਨੋ ਆਵੋ, ਆਪਾਂ ਸਾਰੇ ਰਲ ਕੇ ਇਕੱਤਰ ਹੋਈਏ, ਇਕੱਠੇ ਹੋਈਏ
ਤੇ ਮਿਲ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਕਰੀਏ। ਇਹ ਸੰਤ ਜਨੋ ਆਓ, ਮਿਲ ਕੇ ਇਕੱਤਰ ਹੋ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਰੋ। ਹਰ ਹਰ ਕਥਾ ਕਰੋ। ਹਰੀ ਦੀ ਕਥਾ, ਉਹ ਹਰ ਜਿਹੜਾ ਸਾਰਿਆਂ ਵਿੱਚ ਆਇਆ ਹੋਇਆ, ਸਾਰਿਆਂ ਵਿੱਚ ਵਸਦਾ, ਸਾਰਿਆਂ 'ਚ ਰਹਿੰਦਾ ਹੈ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਕਰੋ। ਕੋਈ ਆਖੇ ਕਿ ਪਰਮੇਸ਼ਰ ਤਾਂ ਅਕਥ ਹੈ, ਉਹਦੇ ਬਾਰੇ ਤਾਂ ਕੁਝ ਵੀ ਕਥਨ ਨਹੀਂ ਹੋ ਸਕਦਾ। ਜੇ ਉਹਦੇ ਬਾਰੇ ਕੁਝ ਵੀ ਕਥਨ ਨਹੀਂ ਹੋ ਸਕਦਾ ਤੇ ਫਿਰ ਉਹਦੀ ਕਥਾ ਕਿਵੇਂ ਕਰੀਏ, ਉਸ ਦੀ ਕਥਾ ਕਿਵੇਂ ਹੋਵੇ? ਬਿਲਕੁਲ ਸੱਚ ਹੈ ਕਿ ਪਰਮੇਸ਼ਰ ਅਕਥ ਹੈ, ਉਹਨੂੰ ਨਹੀਂ ਕਥਿਆ ਜਾ ਸਕਦਾ। ਬੜੇ ਬੜੇ ਨੇ ਜਿਹੜੇ ਪਹਿਲਾਂ ਕਥ ਕੇ ਚਲੇ ਗਏ ਨੇ, ਬੜੇ ਨੇ ਜਿਹੜੇ ਹੁਣ ਕਹਿ ਰਹੇ ਨੇ, ਤੇ ਬੜੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਉਹਦੀ ਕਥਾ ਕਰਨਗੇ। ਪਰ ਸਭ ਇਹੀ ਕਹਿੰਦੇ ਕਿ ਪ੍ਰਮਾਤਮਾ ਅਕਥ ਹੈ। ਉਹ ਸਾਡੇ ਕਥਨ ਵਿੱਚ ਨਹੀਂ ਆਉਂਦਾ, ਪਰ ਉਹਦੀ ਕਥਾ ਫਿਰ ਵੀ ਹੁੰਦੀ ਹੈ ਧਰਮ ਸਥਲਾਂ ਤੇ, ਫਿਰ ਵੀ ਉਸ ਦੇ ਬਾਰੇ ਕਥਨ ਹੁੰਦਾ। ਉਹ ਇਸ ਲਈ ਹੁੰਦਾ ਹੈ ਕਿ ਜਿੰਨੀ ਕੁ ਅਕਾਲ ਪੁਰਖ ਪਰਮੇਸ਼ਰ ਜੀ ਸੁਰਤ ਦਿੰਦੇ ਹੈ, ਉਸ ਸੁਰਤ ਨਾਲ ਉਸ ਨੂੰ ਕਥਿਆ ਜਾਂਦਾ ਹੈ, ਤਾਂ ਜੋ ਉਸ ਦੀ ਕਥਾ ਦੁਆਰਾ ਉਹਦੇ ਕੁਝ ਗੁਣ ਸਾਡੇ ਹਿਰਦੇ 'ਚ ਆ ਕੇ ਪ੍ਰਵੇਸ਼ ਕਰ ਜਾਣ। ਤੇ ਇਹਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਨੂੰ ਅਸੀਂ ਆਪਣੇ ਕਥਨ ਵਿੱਚ ਲੈ ਆਂਦਾ। ਕੀੜੀ ਮਿਸ਼ਰੀ ਦੇ ਪਹਾੜ ਤੇ ਜਾ ਪਹੁੰਚਦੀ ਹੈ, ਉਹ ਨਿੱਕੀ ਜਿਹੀ ਕੀੜੀ ਉਸ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਪਰ ਥੋੜੀ ਜਿੰਨੀ ਮਿਸ਼ਰੀ ਖਾ ਕੇ ਆਪਣਾ ਪੇਟ ਜ਼ਰੂਰ ਭਰ ਲੈਂਦੀ ਹੈ। ਪਰਮਾਤਮਾ ਦੀ ਕਥਾ ਕਥਨ ਕਰਕੇ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਥੋੜੀਆਂ ਬਹੁਤੀਆਂ ਉਹਦੇ ਬਾਰੇ ਵਿਚਾਰਾਂ ਕਰਕੇ ਆਪਣੇ ਆਤਮਾ ਦੇ ਆਨੰਦ ਲਈ, ਆਪਣੇ ਹਿਰਦੇ ਦੀ ਸੰਤੁਸ਼ਟੀ ਲਈ, ਕਿ ਸਾਨੂੰ ਕੁਝ ਸੰਤੋਖ ਤੇ ਸਬਰ ਪ੍ਰਾਪਤ ਹੋ ਜਾਏ, ਇਸ ਕਰਕੇ ਹਰੀ ਦੀ ਕਥਾ ਹੁੰਦੀ ਹੈ, ਹਰੀ ਦਾ ਜਸ ਹੁੰਦਾ। ਕਥਾ ਜਿਸ ਵਿੱਚ ਕੇਵਲ ਹਰੀ ਦਾ ਨਿਰਣਾ। ਕਥਾ ਦਾ ਸਵਰੂਪ ਕੀ ਹੈ? ਕਥਾ ਦਾ ਸਵਰੂਪ ਹੈ ਜਿਹਦੇ ਚ ਨਿਰੋਲ ਬ੍ਰਹਮ ਦੀ ਵਿਚਾਰ ਹੈ, ਸੱਜੇ ਖੱਬੇ ਦਾ ਕਿਸੇ ਵੀ ਪ੍ਰਕਾਰ ਦਾ ਜ਼ਿਕਰ ਨਹੀਂ, ਕੇਵਲ ਬ੍ਰਹਮ ਵਿਚਾਰ ਹੀ ਹੋਵੇ, ਉਸ ਨੂੰ ਕਥਾ ਕਹਿੰਦੇ ਹਨ। ਗੁਰਬਾਣੀ ਦੀ ਕਥਾ ਇੱਕ ਇੱਕ ਅੱਖਰ ਨੂੰ ਵਿਚਾਰ ਦੇ ਧਾਗੇ 'ਚ ਪਰੋਂਦੇ ਚਲੇ ਜਾਣਾ। ਗੁਰਬਾਣੀ ਦੀਆਂ ਪੰਕਤੀਆਂ ਔਰ ਉਹਦਾ ਇੱਕ ਇੱਕ ਅੱਖਰ ਵਿਚਾਰ ਦੇ ਧਾਗੇ 'ਚ ਪਰੋਂਦੇ ਚਲੇ ਜਾਣਾ, ਔਰ ਉਹਨੂੰ ਸੱਜੇ ਖੱਬੇ ਨਾ ਲੈ ਕੇ ਜਾਣਾ, ਉਹਨੂੰ ਕਥਾ ਕਹਿੰਦੇ ਆ। ਜਿਵੇਂ ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਇਹਦੀ ਕਥਾ ਕਿਹੜੀ ਹੈ ਪੰਕਤੀ ਦੀ? ਹੇ ਸੰਤ ਜਨੋ ਆਓ ਮੇਰੇ ਭਰਾਵੋ, ਮਿਲੋ ਇਕੱਤਰ ਹੋਵੋ ਤੇ ਮਿਲ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਕਰੋ। ਇਹ ਹੈ ਕਥਾ, ਗੁਰਬਾਣੀ ਦੀ ਕਥਾ। ਤੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਥੋ, ਹਰੀ ਦੀ ਨਿਰੰਕਾਰ ਦੀ ਕਥਾ ਕਰੋ, ਕਿਉਂਕਿ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਹਰੀ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਸਰਵੋਤਮ ਹੈ। ਆਲੋਚਨਾ ਨੂੰ ਕਥਾ ਨਹੀਂ ਕਹਿੰਦੇ। ਕਿਸੇ ਦੀ ਆਲੋਚਨਾ ਕਰਨੀ, ਕਿਸੇ ਦੇ ਸੰਬੰਧ 'ਚ ਜ਼ਿਕਰ ਕਰਨਾ, ਫਲਾਣਾ ਇਦਾਂ ਕਰਦਾ, ਅਮਕਾ ਇਦਾਂ ਕਹਿੰਦਾ, ਉਹ ਕਥਾ ਨਹੀਂ ਹੈ, ਉਹ ਆਲੋਚਨਾ ਹੈ। ਕਥਾ ਤਾਂ ਨਿਰੋਲ ਬ੍ਰਹਮ ਦਾ ਨਿਰਣਾ ਹੈ, ਬ੍ਰਹਮ ਦੀ ਵਿਚਾਰ ਹੈ। ਹੇ ਹਰੀ ਦੇ ਜਨੋ ਆਓ ਮਿਲੋ ਮੇਰੇ ਭਰਾਵੋ, ਮਿਲ ਕੇ ਇਕੱਤਰ ਹੋ ਕੇ, ਮਿਲ ਕੇ ਇਕੱਤਰ ਹੋ ਕੇ ਸੰਗਤੀ ਰੂਪ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਰੋ।
ਹਰ ਹਰ ਨਾਮ ਬੋਹਿਥ ਹੈ ਕਲ ਜੁਗ ਖੇਵਟ ਗੁਰ ਸ਼ਬਦ ਤਰਹੁ। ਹਰੀ ਅਕਾਲ ਪੁਰਖ ਪਰਮੇਸ਼ਰ ਜੀ ਦਾ ਨਾਮ ਇਸ ਕਲਯੁਗ ਦੇ ਵਿੱਚ ਬੋਹਿਤ ਹੈ, ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਕਲੀ ਕਾਲ ਦੇ ਇਸ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਆ ਵੀ ਜਹਾਜ਼ ਹੈ। ਹਰ ਹਰ ਨਾਮ ਬੋਹਿਤ ਹੈ ਕਲਯੁਗ। ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਕਲਯੁਗ ਵਿੱਚ ਜਹਾਜ਼ ਹੈ ਪਰਮੇਸ਼ਰ ਦਾ ਨਾਮ। ਇਸ ਜਹਾਜ਼ ਦੇ ਮਲਾਹ ਨੇ ਗੁਰੂ। ਖੇਵਟ ਗੁਰ, ਖੇਵਟ ਕਹਿੰਦੇ ਆ ਮਲਾਹ ਨੂੰ। ਜੇ ਮਲਾਹ ਨਾ ਹੋਵੇ ਤੇ ਜਹਾਜ਼ ਬੰਨੇ ਨਹੀਂ ਲੱਗ ਸਕਦਾ। ਜਹਾਜ਼ ਨੂੰ ਚਲਾਉਣ ਵਾਸਤੇ ਉਹਦਾ ਮਲਾਹ ਚਾਹੀਦਾ। ਇਸ ਨਾਮ ਰੂਪੀ ਜਹਾਜ਼ ਦੇ ਮਲਾਹ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਵਾਹਿਗੁਰੂ ਨਾਮ ਜਹਾਜ਼ ਦਾ ਮਲਾਹ ਉਹ ਕੌਣ ਹੈ? ਉਹ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰੂ ਜੀ ਆਪਣੇ ਉਪਦੇਸ਼ ਨਾਲ ਆਪਣੇ ਸੇਵਕ ਨੂੰ ਇਸ ਸੰਸਾਰ ਤੋਂ ਤਾਰ ਲੈਂਦੇ ਆ। ਖੇਵਟ ਗੁਰ ਸ਼ਬਦ ਤਰਹੁ। ਗੁਰੂ ਮਲਾਹ ਹੈ। ਸਤਿਗੁਰਾਂ ਦੇ ਸ਼ਬਦ ਨਾਲ, ਗੁਰੂ ਕੇ ਉਪਦੇਸ਼ ਨਾਲ, ਹੇ ਭਾਈ ਇਹ ਸੰਸਾਰ ਤੋਂ ਤਰੋ। ਮੇਰੇ ਮਨ ਹਰ ਗੁਣ ਹਰ ਉਚਰੋ। ਏ ਮੇਰਿਆ ਮਨਾ ਹਾਲੇ ਵੀ ਵੇਲਾ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਉਚਰ, ਉਹਦੇ ਗੁਣਾਂ ਨੂੰ ਗਾ। ਔਰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਉਚਰ। ਹਰ ਵੇਲੇ ਆਪਣੀ ਰਸਨਾ ਤੋਂ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕਰ। ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੁ। ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ਰ ਨੇ ਲੇਖ ਲਿਖੇ ਨੇ ਉਹੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਐ। ਜਿਨ੍ਹਾਂ ਦੇ ਭਾਗਾਂ ਵਿੱਚ ਹੈ, ਜਿਨ੍ਹਾਂ ਦੇ ਮਸਤਕ ਤੇ ਪਰਮੇਸ਼ਰ ਨੇ ਭਾਗ ਪਾਏ ਨੇ, ਉਹੀ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਐ। ਮਿਲ ਸੰਗਤ ਪਾਰ ਪਰਹੁ। ਹੇ ਭਾਈ ਸੰਗਤ ਵਿੱਚ ਮਿਲ ਕੇ ਇਕੱਤਰ ਹੋ ਕੇ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰੋ। ਮਿਲ ਸੰਗਤ ਪਾਰ ਪਰਹੁ। ਸੰਗਤ ਵਿੱਚ ਮਿਲ ਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰੋ। ਰਹਾਉ ਕਾਇਆ ਨਗਰ ਮਹਿ ਰਾਮ ਰਸ ਉਤਮ, ਕਿਉ ਪਾਈਐ ਉਪਦੇਸ਼ ਜਨ ਕਰਹੁ। ਆ ਜਿਹੜੀ ਕਾਇਆ ਨਾ, ਇਸ ਕਾਇਆ ਰੂਪੀ ਨਗਰ ਵਿੱਚ ਪਰਮੇਸ਼ਰ ਨੇ ਸਾਰੀ ਰਸ ਪਾਏ ਹੋਏ ਨੇ। ਸਾਰੇ ਰਸ ਇਸ ਕਾਇਆ ਦੇ ਵਿੱਚ ਨੇ। ਕਾਇਆ ਤੋਂ ਬਾਹਰ ਕੋਈ ਰਸ ਨਹੀਂ ਹੈ। ਜਿਹੜੇ ਵੀ ਕਿਸੇ ਪਦਾਰਥ ਦਾ ਰਸ ਸਾਨੂੰ ਆਉਂਦਾ ਹੈ, ਉਹਦਾ ਰਸ ਪਹਿਲਾਂ ਹੀ ਪਰਮੇਸ਼ਰ ਨੇ ਇਸ ਕਾਇਆ ਦੇ ਵਿੱਚ ਭਰਿਆ ਹੋਇਆ। ਬੇਹੋਸ਼ੀ ਦੀ ਹਾਲਤ ਵਿੱਚ ਮਨੁੱਖ ਨੂੰ ਖਿਲਾਇਆ ਪਿਲਾਇਆ ਜਾਂਦਾ ਉਹਦੀ ਨਾਸਿਕਾ ਦੁਆਰਾ। ਉਹਨੂੰ ਉਹਦੇ ਸਵਾਦ ਦਾ ਨਹੀਂ ਪਤਾ, ਕਿਉਂਕਿ ਉਹ ਮੂਰਛਤ ਹੈ। ਭਾਵੇਂ ਤੁਸੀਂ ਮੁੱਠ ਭਰ ਕੇ ਮਿਰਚ ਉਹਦੇ ਮੂੰਹ 'ਚ ਪਾ ਦਿਓ, ਉਹਨੂੰ ਉਹਦੇ ਨਾਲ ਕੋਈ ਅਸਰ ਨਹੀਂ। ਬੇਸੁੱਧ ਜੋ ਹੈ, ਯਾਨੀ ਕਿ ਕਾਇਆ ਦੀ ਚੇਤਨਾ ਹੈ ਤਾਂ ਸਾਨੂੰ ਪਤਾ ਵੀ ਇਹ ਕਸੈਲ ਹੈ, ਇਹ ਮਿੱਠਾ, ਇਹ ਕੌੜਾ, ਇਹ ਸਲੂਣਾ, ਯਾਨੀ ਕਿ ਸਾਰੇ ਰਸ ਪਰਮੇਸ਼ਰ ਨੇ ਇਸ ਕਾਇਆ 'ਚ ਪਾਏ ਹੋਏ। ਸਾਹਿਬ ਕਹਿੰਦੇ ਕਾਇਆ ਰੂਪੀ ਇਸ ਨਗਰ ਵਿੱਚ ਸਾਰੇ ਰਸ ਨੇ, ਪਰ ਉਹਨਾਂ ਸਾਰੇ ਰਸਾਂ ਵਿੱਚੋਂ ਸਭ ਤੋਂ ਉੱਤਮ ਰਸ, ਸ੍ਰੇਸ਼ਟ ਰਸ, ਉਹ ਹੈ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਰਸ।
ਰਾਮ ਰਸ ਊਤਮ। ਰਾਮ ਦਾ ਜਿਹੜਾ ਰਸ ਹੈ, ਰਾਮ ਦੇ ਨਾਮ ਦਾ ਜਿਹੜਾ ਰਸ ਹੈ, ਉਹ ਇਸ ਕਾਇਆ ਰੂਪੀ ਨਗਰ ਵਿੱਚ ਸਭ ਤੋਂ ਉੱਤਮ ਤੇ ਸ੍ਰੇਸ਼ਟ ਹੈ। ਉਸ ਰਸ ਦੇ ਤੁਲ ਦੁਨੀਆ 'ਚ ਕੋਈ ਵੀ ਰਸ ਨਹੀਂ। ਹੁਣ ਬੇਨਤੀ ਇਹ ਕਰਦੇ ਨੇ ਮਹਾਰਾਜ, ਕਿਉਂ ਪਾਈ ਹੈ, ਸਾਨੂੰ ਕਿਵੇਂ ਪ੍ਰਾਪਤ ਹੋਵੇ? ਉਪਦੇਸ਼ ਜਨ ਕਰੋ, ਆਪਣੇ ਜਨ ਨੂੰ ਉਪਦੇਸ਼ ਦੇ ਕੇ ਦੱਸੋ ਕਿ ਕਾਇਆ ਦੇ ਇਸ ਨਗਰ ਵਿੱਚ ਜੋ ਸਭ ਤੋਂ ਉੱਤਮ ਰਸ ਹੈ ਰਾਮ ਰਸ, ਉਸ ਰਾਮ ਰਸ ਦੀ ਪ੍ਰਾਪਤੀ ਸਾਨੂੰ ਕਿਵੇਂ ਹੋਵੇ? ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਆ। ਹੁਣ ਜਵਾਬ ਦਿੰਦੇ ਨੇ, ਭਾਈ ਸਤਿਗੁਰਾਂ ਦੀ ਸੇਵਾ ਕਰ, ਤੇ ਸਤਿਗੁਰਾਂ ਦੀ ਸੇਵਾ ਕਰਕੇ, ਕਿਉਂਕਿ ਗੁਰਦੇਵ ਦੀ ਸੇਵਾ ਸਫਲ ਹੈ, ਹਰੀ ਦੇ ਦਰਸ਼ਨ ਸਫਲ ਨੇ। ਸਤਿਗੁਰਾਂ ਨਾਲ ਮਿਲ ਕੇ ਇਸ ਨਾਮ ਅੰਮ੍ਰਿਤ ਦੇ ਰਸ ਨੂੰ ਆਪਣੇ ਅੰਦਰੋਂ ਪੀਵੋ। ਗੁਰੂ ਨਾਲ ਮਿਲ ਕੇ ਪੀਤਾ ਜਾ ਸਕਦਾ ਇਸ ਰਾਮ ਰਸ ਨੂੰ, ਹੋਰ ਕੋਈ ਤਰੀਕਾ ਨਹੀਂ। ਪੁੱਛਿਆ ਵੀ ਉਹ ਰਸ ਕਿਵੇਂ ਮਿਲੇ ਜਿਹੜਾ ਉੱਤਮ ਹੈ? ਕਹਿੰਦੇ ਗੁਰੂ ਨਾਲ ਮਿਲ ਕੇ, ਗੁਰੂ ਦੀ ਸੇਵਾ ਕਰਕੇ, ਗੁਰੂ ਕੇ ਦਰਸ਼ਨ ਕਰਕੇ। ਸਤਿਗੁਰਾਂ ਦੀ ਸੇਵਾ ਕਰਕੇ, ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਸਤਿਗੁਰੂ ਜੀ ਨਾਲ ਮਿਲਾਪ ਕਰਕੇ, ਹੇ ਭਾਈ ਉਸ ਅੰਮ੍ਰਿਤ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦੇਖੋ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ। ਹੇ ਭਾਈ ਇਹ ਬੜਾ ਹੀ ਪਿਆਰਾ ਹੈ। ਹੇ ਹਰੀ ਦੇ ਸੰਤ ਜਨੋ, ਇਹਨੂੰ ਚੱਖ ਕੇ ਵੇਖੋ, ਬੜਾ ਹੀ ਮਿੱਠਾ ਜੇ। ਅਸੀਂ ਕਿਸੇ ਨੂੰ ਕਹਿਣਾ ਹੋਵੇ ਨਾ ਵੀ ਕੋਈ ਪਦਾਰਥ ਅਸੀਂ ਸਾਡੇ ਕੋਲ ਆਪਾਂ ਛਕਿਆ ਹੋਵੇ, ਉਹ ਕਹਿੰਦੇ ਛਕ ਕੇ ਵੇਖ। ਏਦਾਂ ਨਹੀਂ ਦੱਸਿਆ ਜਾਣਾ, ਛਕ ਕੇ ਵੇਖ। ਥੋੜਾ ਜਿਹਾ ਆਰਤੀ ਜਿੰਨਾ ਛਕ ਕੇ ਵੇਖ ਕਿੰਨਾ ਵਧੀਆ ਪਦਾਰਥ ਬਣਿਆ। ਮਹਾਰਾਜ ਜੀ ਕਹਿੰਦੇ ਭਾਈ ਇਹ ਨਾਮ ਦਾ ਜਿਹੜਾ ਅੰਮ੍ਰਿਤ ਰਸ ਹੈ ਨਾ, ਇਹ ਸੰਤ ਜਨੋ ਇਹਨੂੰ ਚੱਖ ਕੇ ਵੇਖੋ ਕਿੰਨਾ ਮਿੱਠਾ ਹੈ, ਕਿੰਨਾ ਪਿਆਰਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਚੱਖ ਕੇ ਵੇਖਣਾ। ਚੱਖਣਾ ਕਿਵੇਂ? ਰਸਨਾ ਦੁਆਰਾ ਜਪ ਜਪ ਕੇ, ਸੁਰਤੀ ਦੁਆਰਾ ਜਪ ਜਪ ਕੇ, ਵਾਹਿਗੁਰੂ ਵਾਹਿਗੁਰੂ ਚੱਖ ਕੇ ਏਦਾਂ ਵੇਖ ਹੋਣਾ। ਮਹਾਰਾਜ ਜੀ ਕਹਿੰਦੇ ਬੜਾ ਹੀ ਮਿੱਠਾ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਬੜਾ ਹੀ ਮਿੱਠਾ ਹੈ, ਅੰਮ੍ਰਿਤ ਦੇ ਸਮਾਨ ਹੈ। ਹੇ ਹਰੀ ਕੇ ਸੰਤ ਜਨੋ, ਇਹਨੂੰ ਚੱਖ ਕੇ ਵੇਖੋ। ਗੁਰਮਤਿ ਹਰ ਰਸ ਮੀਠਾ ਲਾਗਾ, ਤਨ ਵਿਸਰੇ ਸਭ ਬਿਖ ਰਸੋ। ਗੁਰੂ ਦੀ ਮੱਤ ਨਾਲ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਇਹ ਹਰੀ ਰਸ ਨਾਮ ਰਸ ਮਿੱਠਾ ਲੱਗਦਾ, ਤਿਨ ਬਿਸਰੇ ਸਭ ਬਿਖ ਰਸੋ। ਤਿਨਾਂ ਨੂੰ ਫਿਰ ਸਾਰੇ ਜਿਹੜੇ ਵਿਸ਼ੈਲੇ ਰਸ ਦੇ ਸੰਸਾਰ ਦੇ ਜ਼ਹਿਰ ਦਾ ਰਸ, ਉਹ ਸਾਰੇ ਰਸ ਵਿਸਰ ਜਾਂਦੇ ਨੇ ਜਿਹੜੇ ਨਾਮ ਦਾ ਰਸ ਛਕ ਲੈਂਦੇ ਹੈ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਰਾਮ ਨਾਮ ਦੇ ਰਸ ਨੂੰ ਪੀ ਕੇ ਤਿਨਾਂ ਦੇ ਸਾਰੇ ਬਿਖ ਰਸ ਵਿਸਰ ਜਾਂਦੇ ਨੇ। ਉਹ ਕਹਿੰਦੇ ਆਨ ਰਸਾ ਸਭ ਹੋਛੇ ਰੇ। ਪਰਮੇਸ਼ਰ ਦੇ ਨਾਮ ਰਸ ਤੋਂ ਬਿਨਾਂ ਸਾਰੇ ਹੀ ਰਸ ਹੋਛੇ ਨੇ, ਸਾਰੇ ਹੀ ਰਸ ਅਪਵਿੱਤਰ ਨੇ, ਸਾਰੇ ਹੀ ਰਸ ਜ਼ਹਿਰ ਦੇ ਸਮਾਨ ਨੇ, ਬਿਖ ਦੇ ਸਮਾਨ ਨੇ। ਉਹ ਸਾਰੇ ਬਿਖ ਦੇ ਸਮਾਨ ਰਸ ਉਹਨਾਂ ਨੂੰ ਵਿਸਰ ਜਾਂਦੇ ਨੇ ਜਿਹੜੇ ਗੁਰੂ ਦੀ ਮੱਤ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਛਕਦੇ ਹਨ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵਹੁ ਸੰਤ ਜਨਹੁ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹੈ ਕਿ ਰਾਮ ਦੇ ਨਾਮ ਦਾ ਰਸ ਸਾਰੇ ਰਸਾਂ ਦਾ ਘਰ ਹੈ। ਹਰ ਸੇਵਹੁ ਸੰਤ ਜਨਹੁ। ਹੇ ਸੰਤ ਜਨੋ, ਐਸੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਇਸ ਰਾਮ ਰਸ ਰਸਾਇਣ ਨੂੰ ਸੇਵੋ, ਭਾਵ ਇਹਨੂੰ ਮਾਣੋ, ਇਸ ਨਾਮ ਰਸ ਨੂੰ ਆਪਣੇ ਹਿਰਦੇ 'ਚ ਵਸਾਵੋ।
ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰਿ ਭਜਹੁ। ਇਹ ਜਿਹੜੇ ਚਾਰ ਪਦਾਰਥ ਨੇ ਨਾ, ਧਰਮ, ਅਰਥ, ਕਾਮ, ਮੋਕਸ਼, ਇਹ ਚਾਰੇ ਪ੍ਰਾਪਤ ਹੋ ਜਾਂਦੇ ਕਿਹਨਾਂ ਨੂੰ? ਜਿਹੜੇ ਗੁਰੂ ਦੀ ਮੱਤ ਲੈ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕਰਦੇ ਹਨ। ਇਹ ਚਾਰ ਪਦਾਰਥ ਚਾਰੇ ਹੀ ਮਿਲ ਜਾਂਦੇ ਆ, ਉਹਨਾਂ ਨੂੰ ਚਾਰਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਚੌਂ ਪਦਾਰਥਾਂ ਦੇ ਧਾਰਨੀ ਹੋ ਜਾਂਦੇ ਐ ਜਿਹੜੇ ਗੁਰੂ ਦੀ ਮੱਤ ਲੈ ਕੇ ਹਰੀ ਪਰਮੇਸ਼ਰ ਦਾ ਭਜਨ ਕਰਦੇ ਨੇ। ਵਾਹਿਗੁਰੂ ਵਾਹਿਗੁਰੂ। ਚਾਰੇ ਪਦਾਰਥ ਹਰ ਇੱਕ ਜੀਵ ਨੂੰ ਜੀਵਣੇ ਲਈ ਚਾਰੇ ਪਦਾਰਥ ਚਾਹੀਦੇ ਐ। ਧਰਮ, ਅਰਥ, ਲੋੜ ਦੀਆਂ ਚੀਜ਼ਾਂ, ਕਾਮ, ਕਾਮਨਾ ਹਰ ਇੱਕ ਮਨੁੱਖ ਦੇ ਵਿੱਚ ਹੈ, ਅਖੀਰ ਨੂੰ ਮੁਕਤੀ। ਇਹ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹੜੇ ਗੁਰੂ ਦੀ ਮੱਤ ਲੈ ਕੇ ਹਰੀ ਪਰਮੇਸ਼ਰ ਦਾ ਭਜਨ ਕਰਦੇ ਨੇ।